रतनी ताहू है जड़ाओ, कस्तूर कुंगु अगर चंदन, लीप आवे चाओ। मत देख फूला विसरै, तेरा चित न आवे नाम। सुल्तान होवा मेल लश्कर, तखत राखा पाऊं। हुक्म हासिल करी बैठा, नानका सब भाओ। मत देख फूला विसरै, तेरा चित न आवे नाम। बेशुमार अथा अगनत अतुल, ज्यों बुलावो त्यों नानक दास बोल। गुरु सवारी खालसा जी। वाहिगुरु जी का खालसा, वाहिगुरु जी की फतेह। आप जी वडभागे हो, धनता दे पात्र हो, जो बाला प्रीतम सतगुरु जिस डिठै सब दुख जाए। इन्हां वड्याइयां दे मालक गुरु हरकृष्ण साहब महाराज जी दे पवित्र चरण छोह प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर अपना जन्म सफला कर रहे हो। अज इस पावन दरबार अंदर शेरे पंजाब महाराजा रणजीत सिंह जी की बरसी बहुत श्रद्धा बहुत सत्कार दे नाल मनाई जा रही है। सोदर दे पाठ तो लैके भाई भुपिंदर सिंह जी होरां ने कीर्तन दियां हाजरियां भरियां। दिल्ली से गुरुद्वारा प्रबंधक कमेटी के मुख्य सेवादार जथेदार मनजीत सिंह जी के सानू इतिहास सुना के गए हैं। स्टेज की सेवा निभाने वाले दिल्ली से गुरुद्वारा प्रबंधक कमेटी के अंतरिंग बोर्ड के मैंबर सरदार अमरजीत सिंह जी पिंकी जो इस इलाके दियां संगतां दी नुमाइंदगी भी करते हैं। उन्होंने बड़े प्यार विच बड़े भावपूरत शब्दों दे विच आप जी दे नाल सांझ पाई है। महाराजा रणजीत सिंह जी का जन्म अपने आप दे विच एक बहुत वड्डी घटना है। ये कथा
13 ਨਵੰਬਰ 1780 ਵਿੱਚ ਅੱਜ ਦੀ ਸਟੇਟ ਹੈ ਹਰਿਆਣਾ। ਹਰਿਆਣੇ ਦੀ ਸਟੇਟ ਦਾ ਅੱਜ ਡਿਸਟ੍ਰਿਕਟ ਹੈ ਜੀਂਦ। ਕਿਸੇ ਵੇਲੇ ਇੱਥੋਂ ਦੇ ਰਹਿਣ ਵਾਲੇ ਰਾਜਾ ਗਜਪਤ ਸਿੰਘ ਦੇ ਘਰ ਇੱਕ ਬੱਚੀ ਦਾ ਜਨਮ ਹੁੰਦਾ ਹੈ। ਉਸ ਬੱਚੀ ਦਾ ਜਨਮ ਲੈਣਾ ਆਪਣੇ ਆਪ ਦੇ ਵਿੱਚ ਦੋਸ਼ ਸਾਬਤ ਹੋਇਆ। ਪਰਿਵਾਰ ਨੇ, ਘਰ ਦੇ ਮੈਂਬਰਾਂ ਨੇ ਸਲਾਹ ਕਰਕੇ ਉਸ ਬੱਚੀ ਨੂੰ ਘੜੇ ਵਿੱਚ ਪਾਇਆ ਔਰ ਉਸ ਨੂੰ ਜ਼ਮੀਨ ਦੇ ਵਿੱਚ ਮਿੱਟੀ ਵਿੱਚ ਦਫਨਾ ਦਿੱਤਾ। ਕੋਸ਼ਿਸ਼ ਇਹ ਕੀਤੀ ਹੈ ਕਿ ਬੱਚੀ ਨੂੰ ਗਲ ਘੁੱਟ ਕੇ ਨਾ ਮਾਰਿਆ ਜਾਏ। ਆਪੇ ਘੜੇ ਵਿੱਚ ਜਿਹੜੇ ਕੋਈ 2-4 ਸਾਹ ਬਾਕੀ ਹੋਣਗੇ ਉਹ ਭੋਗ ਕੇ ਇਸ ਸੰਸਾਰ ਤੋਂ ਚਲੀ ਜਾਏਗੀ। ਇੱਥੇ ਹੀ ਰਹਿੰਦੇ ਸਨ ਗੁਰੂ ਕੇ ਬਹੁਤ ਬਖਸ਼ਿਸ਼ ਵਾਲੇ ਸਿੱਖ ਭਾਈ ਗੁੱਦੜ ਸਿੰਘ ਜੀ। ਉਹਨਾਂ ਨੂੰ ਜਾ ਕੇ ਕਿਸੇ ਨੇ ਖਬਰ ਦਿੱਤੀ, ਭਾਈ ਗੁੱਦੜ ਸਿਆਂ, ਜਿਸ ਘਰ ਵਿੱਚੋਂ ਤੂੰ ਅੰਨ ਪਾਣੀ ਛਕਦਾ ਹੈ, ਜਿਸ ਘਰ ਵਿੱਚੋਂ ਤੇਰਾ ਜਲ ਪਾਣੀ ਆਉਂਦਾ ਹੈ, ਅੱਜ ਉਸ ਘਰ ਦੇ ਵਿੱਚ ਬਹੁਤ ਵੱਡਾ ਪਾਪ ਹੋਇਆ। ਇਹ ਧਿਆਨ ਰੱਖਣਾ। ਪਾਠ ਕਰਨ ਵਾਲਿਓ, ਵੱਡੇ ਵੱਡੇ ਮੱਥੇ ਟੇਕਣ ਵਾਲਿਓ, ਲੰਮੇ ਪੈ ਪੈ ਕੇ ਨੱਕ ਰਗੜਨ ਵਾਲਿਓ, ਕਿਤੇ ਐਸੀ ਭੁੱਲ ਨਾ ਕਰ ਬੈਠਣਾ। ਭਾਈ ਗੁੱਦੜ ਸਿੰਘ ਨੂੰ ਕਿਸੇ ਪਿਆਰ ਵਾਲੇ ਨੇ ਜਾ ਕੇ ਦੱਸਿਆ, ਭਾਈ ਗੁੱਦੜ ਸਿਆਂ, ਜਿਸ ਘਰ ਵਿੱਚੋਂ ਤੂੰ ਜਲ ਪਾਣੀ ਛਕਦਾ ਹੈ, ਅੱਜ ਉਸ ਘਰ ਦੇ ਵਿੱਚ ਬਹੁਤ ਵੱਡਾ ਅਪਰਾਧ ਹੋਇਆ ਹੈ। ਪੁੱਛਿਆ ਕੀ ਹੋਇਆ? ਆਖਿਆ ਅੱਜ ਉਸ ਘਰ ਦੇ ਵਿੱਚ ਇੱਕ ਬੱਚੀ ਦਾ ਜਨਮ ਹੋਇਆ ਔਰ ਇਹ ਦੋਸ਼ ਮੰਨ ਕੇ ਉਸ ਬੱਚੀ ਦਾ ਵੀ ਤੂੰ ਸਾਡੇ ਘਰ ਕਿਉਂ ਜੰਮੀ ਹੈ, ਸਾਡੇ ਘਰ ਤੂੰ ਕਿਉਂ ਆਈ ਹੈ, ਤੂੰ ਕਿਉਂ ਪੈਦਾ ਹੋਈ ਹੈ। ਤੇ ਉਸ ਬੱਚੀ ਨੂੰ ਘੜੇ ਵਿੱਚ ਪਾ ਕੇ ਮਿੱਟੀ ਵਿੱਚ ਦਫਨਾ ਦਿੱਤਾ ਗਿਆ, ਜ਼ਮੀਨ ਵਿੱਚ, ਧਰਤੀ ਵਿੱਚ। ਭਾਈ ਗੁੱਦੜ ਸਿੰਘ ਜੀ ਦੌੜੇ ਨੇ, ਘਰਦਿਆਂ ਨੂੰ ਜਾ ਕੇ ਪੁੱਛਿਆ, ਕਿਉਂ ਭਾਈ, ਤੁਹਾਡੇ ਘਰ ਵਿੱਚ ਅੱਜ ਕੋਈ ਨਵੀਂ ਰੂਹ ਆਈ ਹੈ? ਸਾਡੇ ਵਰਗੇ ਹੁੰਦੇ ਤੇ ਮੁੱਕਰ ਜਾਂਦੇ ਵੀ ਆਈ ਨਹੀਂ ਜੀ। ਉਹਨਾਂ ਕਿਹਾ ਜੀ ਆਈ ਹੈ। ਪੁੱਛਿਆ ਕਿੱਥੇ ਹੈ? ਆਖਿਆ ਬਾਬਾ ਜੀ ਕੀ ਦਸੀਏ, ਕੁੜੀ ਸੀ। ਤੇ ਬਾਬਾ ਜੀ ਨੇ ਪੁੱਛਿਆ ਵੀ ਫਿਰ ਤੁਸਾਂ ਕੀ ਕੀਤਾ? ਕਹਿੰਦੇ ਅਸਾਂ ਕੀ ਕਰਨਾ ਸੀ, ਅਸਾਂ ਤੇ ਬਾਬਾ ਜੀ ਉਹਨਾਂ ਨੂੰ ਮਾਰਿਆ ਮੂਰਿਆ ਕੋਈ ਨਹੀਂ, ਘੜੇ ਵਿੱਚ ਪਾ ਕੇ ਤੇ ਜ਼ਮੀਨ ਵਿੱਚ ਦੱਬ ਦਿੱਤੀ ਹੈ, ਆਪੇ ਮਰ ਮੁੱਕ ਜਾਏਗੀ। ਪਹਿਲਾਂ ਇਦਾਂ ਵੀ ਹੁੰਦਾ ਸੀ। ਮੈਨੂੰ ਸ਼ਾਇਦ ਉਹ ਪੂਰੀ ਮੁਹਾਰਨੀ ਤੇ ਨਹੀਂ ਆਉਂਦੀ। ਘਰ ਵਿੱਚ ਜੰਮੀ ਧੀ ਮਾਰ ਦੇਣੀ ਤੇ ਨਾਲੇ ਕਹਿਣਾ ਕਿ ਮੁੜ ਕੇ ਨਾ ਆਵੀਂ, ਵੀਰ ਨੂੰ ਘਲਾਵੀਂ। ਮੈਨੂੰ ਪੂਰੀ ਮੁਹਾਰਨੀ ਨਹੀਂ ਆਉਂਦੀ। ਕਦੇ ਚੇਤਾ ਆਇਆ ਜਾਂ ਮੈਂ ਕਦੇ ਪੁੱਛਾਂਗਾ ਕਿਸੇ ਮਾਤਾ ਕੋਲੋਂ ਕਿ ਕੁੜੀ ਨੂੰ ਮਾਰ ਕੇ ਤੇ ਇਦਾਂ ਬੋਲਣਾ ਵੀ ਮੁੜ ਕੇ ਨਾ ਆਵੀਂ ਸਾਡੇ ਘਰ, ਤੇ ਵੀਰ ਨੂੰ ਜ਼ਰੂਰ ਘੱਲੀ। ਵੀ ਜਿਵੇਂ ਤੁਹਾਡੇ ਮਾਰਨ ਤੋਂ ਬਾਅਦ ਇਹ ਸਪਲਾਈ ਇੰਸਪੈਕਟਰ ਲੱਗੇਗੀ ਤੇ ਉਥੋਂ ਕਾਕਾ ਤੁਹਾਡੇ ਘਰ ਘੱਲ ਦੇਗੀ। ਇਦਾਂ ਦੀਆਂ ਅਗਿਆਨਤਾ ਭਰੀਆਂ ਗੱਲਾਂ ਸਾਡੇ ਬਜ਼ੁਰਗ ਕਰਿਆ ਕਰਦੇ ਸਨ।
ठीक है, असी पढ़े लिखे मूर्ख हाँ, वो अनपढ़ मूर्ख सन। असी पढ़े लिखे, असी अल्ट्रासाउंड करके धी कुख विच ही मार दिंने आ, उड़ीकदे ही नहीं भी किते जन्म हो गया तो पता नहीं की होएगा। भाई गुदड़ सिंह ने उन्होंने हलूणिया, वो गुरु के सिख खवाउण वाले हो, किहड़े मूँह नाल गुरु नानक नूं मत्था टेकोगे? उठ के कल गुरु नानक दी बाणी पढ़ोगे? बाणी पढ़ते हो तो तुहानूं सुनिया नहीं कि सो क्यों मंदा आखी है जित जम्मे राजान। अज बड़े लोग ने वो जी, होर तां कोई तुक मिलती नहीं, इको ही तुक मिलती इस्त्री दे सन्मान वास्ते। ये तुक एक नहीं है, एक कली तुक 1.25 लाख है। अज बड़े साडे विच अजीबो गरीब गल्लां करन वाले भी लोग हैगे ने। पर सतगुरु पिता दा ये उपदेश कि वो इस्त्री जिहदे विचों राजे महाराजे महापुरख जन्म लैंदे ने, भाई इहदे लई कदे तुसी मंदा बोलो, इहदे वास्ते कदे तुसी तिरस्कारत शब्द बोलो, ये पाप है। गुरु नानक ने इस्त्री का सन्मान किया है। गुरु नानक ने अपने घर विच औरत नूं सन्मान दिता है। हुण इहदी व्याख्या असीं ठीक नहीं करते। कई कहते जी बराबरता है, मैं तो हमेशा कहना भी बराबरता किवें होई भाई? बराबरता नहीं है। दूजे धर्मां दे विच ढोर, गवार, शूदर, पछ, नारी, ये सब ताड़न के अधिकारी, ये दूजियां दा धर्म है। किसी ने अपने धर्म दे विच औरत नूं बगियाड़ी आख्या है। किसी ने अपनी बाणी दे विच ये लिखिया है कि कागद संधी पूतरी तो ना तिरिया निहार। कहंदे औरत ते कागज दी भी बनी होवे ते वेखणी नहीं चाहिदी, मन विच विकार पैदा होंदे। भाई गुदड़ सिंह ने उन्होंने हलूणिया, आख्या ये पाप क्यों किया तुसी? मैनू दसो। चलो मेरे नाल जमीन नूं खोदिया गया, मिट्टी दे विचों वो घड़ा कढ़िया गया। देवनेत मालक दी कुदरत, इतिहासकारां ने वखरा वखरा लिखिया है। किसी ने इंज भी लिखिया है कि बच्ची अपने पैर का अंगूठा मूँह विच पा के चुंग रही सी। नटशल गल इन्नी कि अजे बच्ची दे श्वास बाकी सन, बच्ची जिउंदी सी, क्योंकि प्रभ भाव है बिन सास ते रखे। साइंस नहीं मन्नेगी, विज्ञान नहीं मन्नेगा, पर गुरु दे अगे नक रगड़न वाले हो तुसी ये गल मन्नियो कि रब चाहे तो सब कुछ कर सकता है। वो मृतक को जीवालनहार, जिन्हों डॉक्टर डेथ सर्टिफिकेट इशू कर देन ना, कहते वो मुड़ के जिउंदा नहीं हो सकता। पर हुण की कहिए, डॉक्टर नूं मन्नीए? असीं डॉक्टर दे उपासक थोड़ा सी, असीं डॉक्टर दे पैरोकार नहीं, असीं पैरोकार हां गुरु नानक दे। ते गुरु नानक दा ज्ञान ये कहता है कि जिस इष्ट परमात्मा दी अकाल दी मैं तैनूं पूजा करन वास्ते आख्या है, जे ओनू भावे ते ओ बिना श्वासां तो भी रख सकता है। नहीं तो डॉक्टर तो दिल की धड़कन ही वेखते ने, नहीं तो कह देंगे ने कि भाई ये तो बंदा डैड हो गया। जिहड़ा मृतक शब्द असी भी बोलते हैं ना, मृतक का अखरी अर्थ मरिया होया नहीं हुंदा। मृतक दे अखरी अर्थ होंदे ने मिट्टी। भी ये तो हुण मिट्टी है भाई।
ਉਹ ਬੱਚੀ ਵੱਡੀ ਹੋਈ। ਸਰਦਾਰ ਗੱਜਪਤ ਸਿੰਘ ਦੀ ਬੇਟੀ ਵੱਡੀ ਹੁੰਦੀ ਹੈ, ਉਹਦਾ ਨਾਂ ਹੁੰਦਾ ਰਾਜ ਕੌਰ। ਜਦੋਂ ਉਸ ਬੱਚੀ ਦੇ ਵਿਆਹ ਦਾ ਸਮਾਂ ਆਉਂਦਾ ਹੈ, ਸਰਦਾਰ ਚੜ੍ਹਤ ਸਿੰਘ ਦੇ ਪੁੱਤਰ ਸਰਦਾਰ ਮਹਾਂ ਸਿੰਘ ਦੇ ਨਾਲ ਉਸ ਬੱਚੀ ਦਾ ਵਿਆਹ ਕੀਤਾ ਜਾਂਦਾ ਹੈ। ਇੱਕ ਵੇਲਾ ਆਉਂਦਾ ਹੈ ਕਿ ਜਦੋਂ ਉਸ ਨੂੰ ਮਾਝੀ ਮਲਵੈਣ ਕਹਿ ਕੇ ਇਤਿਹਾਸ ਨੇ ਲਿਖਿਆ ਹੈ। ਬੜਾ ਰੋਹਬ-ਦਾਬ ਸੀ ਉਸ ਸਰਦਾਰਨੀ ਦਾ। ਉਹ ਜਿਹੜੀ ਸਰਦਾਰਨੀ ਰਾਜ ਕੌਰ ਹੈ, ਜਿਹਨੂੰ ਕਦੇ ਘੜੇ ਵਿੱਚ ਪਾ ਕੇ ਦਫਨਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਉਹਦਾ ਵਿਆਹ ਸਰਦਾਰ ਮਹਾਂ ਸਿੰਘ ਨਾਲ ਹੋਇਆ ਤੇ ਉਸ ਸਰਦਾਰਨੀ ਰਾਜ ਕੌਰ ਦੀ ਕੁੱਖ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਇਹ ਤੁਹਾਡਾ ਇਤਿਹਾਸ ਮੈਂ ਤੁਹਾਨੂੰ ਸੁਣਾਇਆ ਹੈ। ਇਹ ਨਾ ਕੋਈ ਜੋਕ ਹੈ, ਨਾ ਕੋਈ ਚੁਟਕਲਾ ਹੈ, ਇਹ ਨਾ ਕੋਈ ਕਹਾਣੀ ਹੈ। ਇੱਕ ਫੈਕਟਸ ਹੈ, ਇੱਕ ਇਤਿਹਾਸ ਹੈ। ਧੀਆਂ ਨੂੰ ਮਾਰਨ ਵਾਲਿਓ, ਭਰੂਣ ਹੱਤਿਆ ਕਰਨ ਵਾਲਿਓ, ਜੇ ਕਦੇ ਉਸ ਦਿਨ ਇਹ ਸਰਦਾਰਨੀ ਰਾਜ ਕੌਰ ਵੀ ਮਰ ਜਾਂਦੀ ਤੇ ਕਦੇ ਸੋਚਿਆ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਕਿੱਥੋਂ ਲੈਣਾ ਸੀ। ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾ। 27 ਸਾਲ ਦੀ ਉਮਰ ਸੀ ਸਰਦਾਰ ਮਹਾਂ ਸਿੰਘ ਜੀ ਹੋਰਾਂ ਦੀ, ਜਦੋਂ ਉਹਨਾਂ ਦਾ ਦੇਹਾਂਤ ਹੁੰਦਾ ਹੈ। ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸ਼ੁਕਰ ਚੱਕੀਆ ਮਿਸਲ ਦੇ ਫਿਰ ਸਰਦਾਰ ਬਣਦੇ ਨੇ। ਕਨਈਆ ਮਿਸਲ ਦੀ ਪਰਿਵਾਰ ਦੀ ਬੱਚੀ ਮਹਿਤਾਬ ਕੌਰ ਦੇ ਨਾਲ ਇਹਨਾਂ ਦਾ ਵਿਆਹ ਹੁੰਦਾ ਹੈ ਤੇ ਜਦੋਂ ਦੋ ਮਿਸਲਾਂ ਦਾ ਆਪਸ ਵਿੱਚ ਮਿਲਾਪ ਹੁੰਦਾ ਹੈ ਤੇ ਉਹ ਮਹਾਰਾਜਾ ਰਣਜੀਤ ਸਿੰਘ ਜਿਹਦਾ ਜਨਮ 13 ਨਵੰਬਰ 1780 ਨੂੰ ਹੁੰਦਾ ਹੈ, ਉਹ 1799 ਵਿੱਚ ਲਾਹੌਰ ਦਾ ਸ਼ਾਸਕ ਬਣ ਜਾਂਦਾ ਹੈ। ਉਮਰ ਕਿੰਨੀ ਹੈ? 19 ਸਾਲ। 19 ਸਾਲਾਂ ਦੇ ਵਿੱਚ ਉਹਨੇ ਲਾਹੌਰ ਤੇ ਜਿੱਤ ਹਾਸਲ ਕਰ ਲਈ ਸੀ। ਉਹਦੇ ਪਿਤਾ ਜੀ ਬੜੇ ਵੱਡੇ ਜਰਨੈਲ ਸਨ। ਉਮਰ ਕਿੰਨੀ ਹੈ? ਕੁੱਲ 27 ਸਾਲ। ਅੱਜ ਕਿਸੇ ਕਾਕੇ ਨੂੰ ਪੁੱਛੀਏ ਵੀ ਕਾਕਾ ਤੇਰਾ ਵਿਆਹ ਹੋਇਆ ਹੈ, ਕਹਿੰਦਾ ਗਿਆਨੀ ਜੀ ਅਜੇ ਮਨ ਹੈ ਨਹੀਂ। ਪੁੱਛੋ ਉਮਰ ਕਿੰਨੀ ਹੈ? ਕਹਿੰਦਾ ਜੀ ਉਮਰ ਹੈਗੀ 28-29 ਸਾਲ। ਕੀ ਕਰੇਗਾ? ਪਤਾ ਨਹੀਂ ਕਿਹੜੀ ਐਜੂਕੇਸ਼ਨ ਅਸੀਂ ਬੱਚਿਆਂ ਨੂੰ ਦੇਣੀ ਸ਼ੁਰੂ ਕਰ ਦਿੱਤੀ, ਕਿਹੜੇ ਪਹਾੜੇ ਪੜਾਉਣੇ ਸ਼ੁਰੂ ਕਰ ਦਿੱਤੇ ਨੇ। ਇੱਥੇ 27 ਸਾਲ ਦਾ ਸਰਦਾਰ ਮਹਾਂ ਸਿੰਘ ਸੰਸਾਰ ਤੋਂ ਚਲਾ ਗਿਆ ਹੈ। ਇੱਥੇ 20 ਸਾਲਾਂ ਦਾ ਸ਼ੇਰੇ ਪੰਜਾਬ ਲਾਹੌਰ ਦਾ ਬਾਦਸ਼ਾਹ ਬਣ ਜਾਂਦਾ ਹੈ। ਇੱਥੇ 20 ਸਾਲਾਂ ਦਾ ਬੱਚਾ ਕਾਲਜ ਦੀ ਐਡਮਿਸ਼ਨ ਲੱਭਦਾ ਫਿਰਦਾ ਹੈ। ਮਹਾਰਾਜਾ ਰਣਜੀਤ ਸਿੰਘ ਵੀ ਪੜ੍ਹਨ ਗਿਆ, ਪਰ ਕੁਝ ਫਾਰਸੀ ਪੜ੍ਹੀ ਹੈ, ਕੁਝ ਥੋੜੀ ਅਰਬੀ ਪੜ੍ਹੀ ਹੈ, ਕੁਝ ਉਹਨਾਂ ਨੇ ਗਣਿਤ ਸਿੱਖਿਆ, ਪਰ ਜਿੱਦਾਂ ਇੱਕ ਪੜ੍ਹਾਈ ਕੀਤੀ ਜਾਂਦੀ ਹੈ ਬਕਾਇਦਾ, ਇਹ ਪੜ੍ਹਾਈ ਕਰ ਨਹੀਂ ਸਕੇ। ਜ਼ਿੰਦਗੀ ਦੀ ਸਫਲਤਾ ਵਾਸਤੇ ਹੁਣ ਆਪਾਂ ਇੱਕੋ ਗੱਲ ਕਹੀਏ ਕਿ ਜੀ ਬੰਦੇ ਕੋਲ ਸਰਟੀਫਿਕੇਟ ਹੋਣੇ ਚਾਹੀਦੇ ਨੇ। ਮੈਂ ਤਾਂ ਕਈ ਵਾਰੀ ਉਹ ਗੱਲ ਸੁਣਾਈ ਵੀ ਮੇਰੇ ਵਰਗਾ ਪੜ੍ਹਿਆ ਲਿਖਿਆ ਬੇੜੀ ਵਿੱਚ ਬਹਿ ਗਿਆ ਤੇ ਮਲਾਹ ਨੂੰ ਪੁੱਛਦਾ ਹੈ ਵੀ ਤੈਨੂੰ ਪੰਜਾਬੀ ਆਉਂਦੀ ਹੈ? ਉਹ ਕਹਿੰਦਾ ਜੀ ਨਹੀਂ ਮੈਨੂੰ ਨਹੀਂ ਆਉਂਦੀ। ਮੇਰਾ ਪਿਓ ਮਲਾਹ ਸੀ। ਇੱਦਾਂ ਹੀ ਸ਼ੰਭਾਂ ਦੇ ਦਰਿਆਵਾਂ ਦੇ ਕੰਢੇ ਤੇ ਅਸੀਂ ਜੰਮੇ ਤੇ ਉੱਥੇ ਰੁਲਦੇ ਰਲਦੇ ਵੱਡੇ ਹੋਏ ਤੇ ਪਿਓ ਨੇ ਬੇੜੀ 'ਚ ਚੱਪੂ ਫੜਾ ਦਿੱਤਾ। ਕਹਿੰਦਾ ਕਾਕਾ ਤੇਰਾ ਤੇ 25 ਪੈਸੇ ਜੀਵਨ ਐਵੇਂ ਹੀ ਗਿਆ, ਕਿਉਂਕਿ ਤੈਨੂੰ ਪੰਜਾਬੀ ਤਾਂ ਆਉਂਦੀ ਨਹੀਂ।
ਕਹਿਣ ਲੱਗਾ ਜੀ ਚਲੋ ਜੋ ਰੱਬ ਨੂੰ ਭਾਵੇ। ਥੋੜਾ ਜਿਹਾ ਅੱਗੇ ਗਿਆ, ਉਹਨੇ ਫਿਰ ਪੁੱਛਣਾ ਸ਼ੁਰੂ ਕਰ ਦਿੱਤਾ। ਕਹਿੰਦਾ ਤੈਨੂੰ ਹਿੰਦੀ ਆਉਂਦੀ ਹੈ? ਉਹ ਕਹਿੰਦਾ ਨਹੀਂ। ਕਹਿੰਦਾ ਫਿਰ ਤੇਰਾ 50 ਪੈਸੇ ਜੀਵਨ ਐਵੇਂ ਹੀ ਗਿਆ। ਉਹਨੇ ਕਿਹਾ ਵੀ ਭਾਈ ਮੈਂ ਗਰੀਬ ਦਾ ਪੁੱਤ ਆ, ਕਿੱਥੇ ਦਰਿਆਵਾਂ ਦੇ ਕੰਢੇ ਜੰਮੇ ਪਲੇ, ਕਿੱਥੇ ਸਕੂਲ, ਸਾਨੂੰ ਕੀ ਪਤਾ ਸਕੂਲ ਕਿੱਥੇ ਹੁੰਦੇ ਨੇ। ਥੋੜਾ ਜਿਹਾ ਗਾਂਹ ਗਿਆ, ਉਹਨੇ ਫਿਰ ਪੁੱਛਣਾ ਸ਼ੁਰੂ ਕਰ ਦਿੱਤਾ ਵੀ ਤੈਨੂੰ ਅੰਗਰੇਜ਼ੀ ਆਉਂਦੀ ਹੈ? ਉਹ ਕਹਿੰਦਾ ਵੀ ਮੈਨੂੰ ਤਾਂ ਨਹੀਂ ਆਉਂਦੀ। ਕਹਿੰਦਾ ਫਿਰ ਤੇਰਾ 75 ਪੈਸੇ ਜੀਵਨ ਗਿਆ। ਇਹਨੇ ਨੂੰ ਮਲਾਹ ਨੂੰ ਗੁੱਸਾ ਆ ਗਿਆ। ਉਹ ਜਿਹੜਾ ਮਲਾਹ ਸੀ ਨਾ, ਉਹਨੂੰ ਚੜ ਗੁੱਸਾ ਗਿਆ। ਖਾਧੀ ਕਚੀਚੀ ਉਹਨੇ, ਤੇ ਹੁਣ ਉਹ ਉਹਨੂੰ ਪੁੱਛਦਾ ਵੀ ਤੈਨੂੰ ਤਰਨਾ ਆਉਂਦਾ? ਕਹਿੰਦਾ ਮੈਨੂੰ ਤਰਨਾ ਤਾਂ ਨਹੀਂ ਆਉਂਦਾ। ਉਹਨੇ ਮਾਰੀ ਬੇੜੀ ਮੁੱਧੀ, ਕਹਿੰਦਾ ਲੈ ਤੇਰਾ ਤੇ ਰੁਪਈਆ ਹੀ ਗਿਆ। ਅੱਜ ਅਸੀਂ ਪੜ੍ਹੇ ਲਿਖੇ ਮੂਰਖ, ਮੈਨੂੰ ਖਿਮਾ ਕਰ ਦੇਣਾ। ਬੰਦੇ ਨੂੰ ਪੁੱਛੋ ਸਰਟੀਫਿਕੇਟ ਕਿੰਨੇ ਨੇ, ਪੁੱਛੋ ਘਰ ਵਾਲੀ, ਕਹਿੰਦਾ ਜੀ ਉਹ ਤਾਂ 20 ਸਾਲ ਹੋ ਗਏ ਛੱਡ ਕੇ ਚਲੀ ਗਈ ਹੈ। ਤੇ ਪੜ੍ਹਾਈ ਸਿਰ 'ਚ ਮਾਰਨੀ ਹੈ ਤੂੰ? ਤੇਰੇ ਕੋਲੇ ਸੁਖੀ ਜੀਵਨ, ਸਫਲ ਜੀਵਨ ਨਹੀਂ, ਤੇ ਕਿਸ ਐਜੂਕੇਸ਼ਨ ਦੀ ਤੂੰ ਗੱਲ ਕਰਦਾ? ਕਿਸ ਪੜ੍ਹਾਈ ਦੀ ਤੂੰ ਗੱਲ ਕਰਦਾ? ਕਿਸ ਵਪਾਰ ਦੀਆਂ ਤੂੰ ਗੱਲਾਂ ਕਰਦਾ? ਕਿਸ ਵੱਡੇ ਸਾਮਰਾਜ ਦੀਆਂ ਤੂੰ ਗੱਲਾਂ ਕਰਦਾ ਭਾਈ? ਬੱਚੇ ਪੁੱਛ ਲਓ, ਕਹਿੰਦਾ ਜੀ ਉਹ ਤੇ ਮੇਰੇ ਨਾਲ ਬੋਲਦੇ ਹੀ ਨਹੀਂ। ਤੇ ਪੁੱਛੋ ਵੀ ਤੇਰੀ ਡਾਕਟਰ ਡਿਗਰੀ ਕੀ ਕਰਨੀ ਹੈ? ਮਹਾਰਾਜਾ ਰਣਜੀਤ ਸਿੰਘ ਵਾਹਿਦ ਇੱਕੋ ਹੀ ਰਾਜਾ ਹੋਇਆ, ਇਕੱਲਾ, ਜਿਹਦੇ ਰਾਜ ਦੇ ਵਿੱਚ ਕਦੇ ਕਿਸੇ ਤੇ ਜ਼ੁਲਮ ਨਹੀਂ ਹੋਇਆ। ਕਦੇ ਆਪ ਜੀ ਨੇ ਸੋਚਿਆ ਵੀ ਅੰਗਰੇਜ਼ ਹਿੰਦੁਸਤਾਨ ਤੇ 100 ਸਾਲ ਰਾਜ ਕਿਵੇਂ ਕਰ ਗਏ? ਉਹਦਾ ਕਾਰਨ ਹੈ ਕਿ ਕੇਵਲ ਉਹਨਾਂ ਨੇ ਰਾਜ ਨਹੀਂ ਕੀਤਾ। ਅੱਜ ਵੀ ਕਈ ਲੋਕ ਦੱਬੀ ਜ਼ਬਾਨ ਵਿੱਚ ਕਹਿੰਦੇ ਨੇ, ਕਹਿੰਦੇ ਇਹਨਾਂ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਕਿਤੇ ਚੰਗਾ ਸੀ। ਠੀਕ ਹੈ, ਜ਼ੁਲਮ ਹੁੰਦੇ ਸਨ, ਲੁੱਟ ਹੁੰਦੀ ਸੀ, ਪਰ ਸਾਰਿਆਂ ਦੇ ਨਾਲ ਬੇਇਨਸਾਫੀ ਨਹੀਂ ਸੀ ਹੁੰਦੀ। ਅੱਜ ਵੀ ਬਾਹਰਲੇ ਮੁਲਕਾਂ ਵਿੱਚ ਜਾਂਦੇ ਨੇ ਲੋਕ, ਉਹ ਕਹਿੰਦੇ ਜੀ ਇਹ ਮੁਲਕ ਬੜੇ ਵਧੀਆ ਨੇ। ਕਿ ਉੱਥੇ ਰਿਸ਼ਵਤਖੋਰੀ ਨਹੀਂ ਹੈਗੀ? ਕਿ ਉਹ ਲੋਕ ਇਹਨਾਂ ਘਪਲਿਆਂ ਘੁਟਾਲਿਆਂ 'ਚ ਉਹ ਲੋਕ ਨਹੀਂ ਫਸਦੇ? ਬਿਲਕੁਲ ਫਸਦੇ ਨੇ। ਪਰ ਆਮ ਆਦਮੀ ਦੀ ਜ਼ਿੰਦਗੀ ਪ੍ਰਭਾਵਿਤ ਨਹੀਂ ਹੁੰਦੀ। ਅਗਰ ਅੰਗਰੇਜ਼ ਹਿੰਦੁਸਤਾਨ ਨੂੰ ਸਿਸਟਮ ਨਾ ਦਿੰਦੇ, ਹਿੰਦੁਸਤਾਨ ਦੇ ਲੋਕਾਂ ਨੇ ਉਹਨਾਂ ਨੂੰ 100 ਸਾਲ ਨਹੀਂ ਸੀ ਰਹਿਣ ਦੇਣਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪ੍ਰਬੰਧ ਵੇਖਣ ਦੀ ਲੋੜ ਹੈ। ਉਹ ਕੇਵਲ ਦੁਨੀਆ ਦੇ ਕੋਲੋਂ ਮਾਮਲਾ ਲੈ ਕੇ ਤੇ ਉਹਨਾਂ ਨੂੰ ਆਪਣੀਆਂ ਭੇਡਾਂ ਬੱਕਰੀਆਂ ਬਣਾ ਕੇ ਨਹੀਂ ਸੀ ਰੱਖਦਾ। ਅੱਜ ਡੈਮੋਕ੍ਰੈਟਿਕ ਸਿਸਟਮ ਹੈ। ਕਿਤੇ ਨਾ ਕਿਤੇ ਜਾ ਕੇ ਰਾਜੇ ਦੇ ਵਿਰੁੱਧ, ਰਾਜ ਦੇ ਵਿਰੁੱਧ ਜਿਹੜੇ ਮਿਨੋਰਿਟੀ ਦੇ ਲੋਕ ਹੁੰਦੇ ਨੇ, ਉਹ ਆਪਣੀ ਘੁੱਟਣ ਮਹਿਸੂਸ ਕਰਦੇ ਨੇ। ਅਸੀਂ ਅੱਜ ਵੀ ਮਹਿਸੂਸ ਕਰਦੇ ਹਾਂ। ਕਿਉਂ ਨਹੀਂ ਆਨੰਦ ਕਾਰਜ ਐਕਟ ਲਾਗੂ ਕੀਤਾ ਜਾਂਦਾ? ਕਿਉਂ ਨਹੀਂ ਸਾਨੂੰ ਵੱਖਰੀ ਕੌਮ ਮੰਨ ਲਿਆ ਜਾਂਦਾ? ਹੈਰਾਨਗੀ ਹੁੰਦੀ ਹੈ। ਤੁਸੀਂ ਦੁੱਧ ਲਿਆਓ, ਦੁੱਧ ਦਾ ਪਨੀਰ ਬਣਾ ਕੇ ਕਹੋ ਇਹ ਦੁੱਧ ਹੈਗਾ, ਦੁੱਧ ਦਾ ਦਹੀਂ ਜਮਾ ਕੇ ਕਹੋ ਇਹ ਦੁੱਧ ਹੈ, ਦੁੱਧ ਦੀ ਚਾਹ ਬਣਾ ਕੇ ਕਹੋ ਦੁੱਧ ਹੈ। ਸਾਨੂੰ ਕਹੀ ਜਾਣਗੇ ਵੀ ਨਹੀਂ ਜੀ ਤੁਸੀਂ ਸਾਡੇ ਵਿੱਚੋਂ ਹੀ ਹੋ। ਅਸੀਂ ਕਦੋਂ ਕਹਿੰਦੇ ਅਸੀਂ ਤੁਹਾਡੇ ਵਿੱਚੋਂ ਨਹੀਂ ਹੈਗੇ? ਅਸੀਂ ਤੁਹਾਡੇ ਵਿੱਚੋਂ ਹੀ ਹਾਂ। ਸਾਡੇ ਗੁਰੂ ਸਾਹਿਬਾਨਾਂ ਨੇ ਜੋ ਸਮਝਾਇਆ ਉਹ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚੋਂ, ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵਿੱਚੋਂ ਵੇਖ ਲੈਣਾ ਚਾਹੀਦਾ ਹੈ। ਅੱਜ ਕਈ ਸਟੇਟਾਂ ਨੇ, ਦਿੱਲੀ ਵੀ ਹੈਗੀ ਹੈ, ਕੋਈ ਸਿੱਖ ਮੰਤਰੀ ਨਹੀਂ ਹੈਗਾ, MLA 4 ਤੁਰੇ ਫਿਰਦੇ ਨੇ। ਪਰ ਇੱਕ ਮਹਾਰਾਜਾ ਰਣਜੀਤ ਸਿੰਘ ਹੈ, ਉਹਦਾ ਵਿਦੇਸ਼ ਮੰਤਰੀ ਕੌਣ ਹੈ? ਫਕੀਰ ਅਜੀਜ਼ੁਦੀਨ। ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਨਾ ਸੁਣ ਕੇ ਕਿ ਮੁਸਲਮਾਨਾਂ ਕੋਲੋਂ ਰਾਜ ਖੋਹਣ ਵਾਲਾ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣਾ ਫੋਰਨ ਮਿਨਿਸਟਰ ਕਿਸ ਨੂੰ ਬਣਾਉਂਦਾ ਹੈ? ਇੱਕ ਮੁਸਲਮਾਨ ਨੂੰ। ਆ ਹੁਣੇ ਪ੍ਰਧਾਨ ਸਾਹਿਬ ਦੱਸ ਕੇ ਗਏ, ਜਿਸ ਦਿਨ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੰਤਾ ਸਿੰਘ ਜੀ ਦੇ ਕਹਿਣ ਤੇ, ਕਿਉਂਕਿ ਜਮਰੌਦ ਦਾ ਕਿਲਾ ਫਤਿਹ ਨਹੀਂ ਸੀ ਹੁੰਦਾ, ਮਹਾਰਾਜਾ ਦਰਬਾਰ ਸਾਹਿਬ ਆਉਂਦਾ ਹੈ, ਭਾਈ ਸਾਹਿਬ ਕੋਲੋਂ ਅਰਦਾਸ ਕਰਾਉਂਦਾ ਹੈ, ਕਿਲਾ ਫਤਿਹ ਹੋ ਜਾਂਦਾ ਹੈ। ਫਿਰ ਸ਼ੁਕਰਾਨਾ ਕਰਨ ਆਉਂਦਾ ਹੈ ਤੇ ਪੁੱਛਦਾ ਹੈ, ਭਾਈ ਸਾਹਿਬ ਕੋਈ ਸੇਵਾ ਲਾਓ। ਕਹਿਣ ਲੱਗੇ, ਸੇਵਾ ਗੁਰੂ ਰਾਮਦਾਸ ਦੇ ਘਰ ਨੂੰ ਸੋਨਾ ਲਾ ਦੇ। ਕਹਿੰਦਾ ਜੀ ਮਨਜ਼ੂਰ ਹੈ। ਹੁਣ ਕੀ ਹੈ? ਉਹ ਰਾਜਾ ਹੈ। ਸਿੱਖੀ ਉਹਦੀ ਆਪਣਾ ਪਰਸਨਲ ਨਿੱਜੀ ਧਰਮ ਹੈ ਉਹਦਾ, ਇਹ ਚੇਤਾ ਰੱਖਣਾ। ਧਰਮ ਤੁਹਾਡਾ ਪਰਸਨਲ ਹੈ, ਪਰ ਉਹ ਰਾਜਾ ਸੀ, ਉਹਦਾ ਇੱਕ ਰਾਜ ਧਰਮ ਵੀ ਸੀ। ਹੁਣ ਉਹਨੇ ਰਾਜ ਧਰਮ ਨਿਭਾਇਆ ਕਿ ਜਿੰਨਾ ਸੋਨਾ ਉਹਨੇ ਦਰਬਾਰ ਸਾਹਿਬ ਨੂੰ ਮੱਥਾ ਟੇਕਿਆ, ਉਹਨਾਂ ਸੋਨਾ ਉਹਨੇ ਸ਼ਾਹੀ ਮਸਜਿਦ ਲਾਹੌਰ ਨੂੰ ਘੱਲਿਆ, ਉਹਨਾਂ ਸੋਨਾ ਉਸਨੇ ਕਾਂਸ਼ੀ ਸ਼ਿਵ ਮੰਦਰ ਨੂੰ ਘੱਲਿਆ। ਕਿ ਕਾਸ਼ੀ ਬਨਾਰਸ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਵਿੱਚ ਆਉਂਦੇ ਸਨ? ਨਹੀਂ ਆਉਂਦੇ ਸਨ। ਸੋਨਾ ਕਿਹਦਾ ਹੈ? ਕਦੇ ਸੋਚਿਆ? ਅਗਰ ਮਹਾਰਾਜੇ ਰਣਜੀਤ ਸਿੰਘ ਦੇ ਕੋਲ ਖਜ਼ਾਨਾ ਹੈ, ਖਜ਼ਾਨੇ ਵਿੱਚ ਹੀਰੇ ਮੋਤੀ ਨੇ, ਤੇ ਕਿਹਦੇ ਨੇ? ਅੱਜ ਸੈਂਟਰ ਗਵਰਨਮੈਂਟ ਕਵੇ ਜੀ ਸਾਡੇ ਕੋਲੇ ਪੈਸੇ ਨੇ, ਤੇ ਪੁੱਛੋ ਵੀ ਤੁਸੀਂ ਝੋਨਾ ਵੇਚਿਆ, ਟੈਕਸ ਤੇ ਸਾਡੇ ਤੋਂ ਲਿਆ ਤੁਸੀਂ। ਹਰ ਹਿੰਦੁਸਤਾਨੀ ਟੈਕਸ ਪੇ ਕਰਦਾ ਹੈ, ਕੋਈ ਥੋੜਾ ਕਰਦਾ ਹੈ, ਕੋਈ ਬਹੁਤਾ ਕਰਦਾ ਹੈ, ਕੋਈ ਮੇਰੇ ਵਰਗਾ ਚੋਰੀ ਵੀ ਕਰਦਾ ਹੋਏਗਾ। ਉਹ ਖਜ਼ਾਨਾ ਵੀ ਪਰਜਾ ਦਾ ਹੈ। ਜੇ ਟੈਕਸ ਪਰਜਾ ਦਿੰਦੀ ਤੇ ਚੇਤਾ ਰੱਖਣਾ ਉਹ ਖਜ਼ਾਨਾ ਪਰਜਾ ਦਾ ਹੈ। ਜਦੋਂ ਉਸ ਖਜ਼ਾਨੇ ਦਾ ਖਰਚ ਹੋਵੇ ਉਹ ਬਰਾਬਰ ਸਮਾਨ ਹੋਣਾ ਚਾਹੀਦਾ ਹੈ। ਐਸੇ ਧਰਮੀ ਰਾਜੇ ਨੂੰ ਕਦੇ ਖਤਰਾ ਨਹੀਂ ਹੋਏਗਾ। ਮਹਾਰਾਜੇ ਰਣਜੀਤ ਸਿੰਘ ਨੂੰ ਕੀ ਫਰਕ ਪਿਆ? ਅਗਰ ਸੋਨਾ ਉਹਦੇ ਖਜ਼ਾਨੇ ਵਿੱਚ ਆਇਆ ਹੈ ਤੇ ਉਹ ਪਰਜਾ ਤੋਂ ਆਇਆ ਸੀ। ਉਹਦੀ ਪਰਜਾ ਵਿੱਚ ਹਿੰਦੂ ਵੀ ਸਨ, ਉਹਦੀ ਪਰਜਾ ਵਿੱਚ ਮੁਸਲਮਾਨ ਵੀ ਸਨ, ਉਹਦੀ ਪਰਜਾ ਵਿੱਚ ਸਿੱਖ ਵੀ ਸਨ। ਉਹਨੇ ਗੁਰੂ ਰਾਮਦਾਸ ਦੇ ਘਰ ਦੀਆਂ ਖੁਸ਼ੀਆਂ ਲੈਂਦਿਆਂ ਉਹਨੇ ਮੁਸਲਮਾਨ ਭਰਾਵਾਂ ਦੀਆਂ ਵੀ ਖੁਸ਼ੀਆਂ ਲੈ ਲਈਆਂ, ਉਹਨਾਂ ਨੇ ਹਿੰਦੂਆਂ ਦੀਆਂ ਖੁਸ਼ੀਆਂ ਵੀ ਲੈ ਲਈਆਂ। ਪ੍ਰਧਾਨ ਮੰਤਰੀ ਉਹਦਾ ਧਿਆਨ ਸਿੰਘ ਡੋਗਰਾ ਸੀ। ਵੱਡੇ ਜਰਨੈਲਾਂ ਵਿੱਚ ਹਰੀ ਸਿੰਘ ਨਲੂਆ ਸੀ। ਤੁਹਾਨੂੰ ਐਸਾ ਰਾਜਾ ਕਿਤੇ ਮਿਲੇਗਾ ਜਿਹੜਾ ਰਾਤ ਨੂੰ ਭੇਸ ਵਟਾ ਕੇ ਲੋਕਾਂ ਨੂੰ ਪੁੱਛੇ ਵੀ ਭਾਈ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ? ਲੋਕਾਂ ਨੂੰ ਪੁੱਛੇ ਰਾਜ ਕਿਹੋ ਜਿਹਾ ਹੈ, ਲੋਕਾਂ ਦੀਆਂ ਤਕਲੀਫਾਂ ਸੁਣੇ ਤੇ ਫਿਰ ਉਹਨਾਂ ਦੇ ਘਰਾਂ ਵਿੱਚ ਆਪ ਆਪਣੇ ਖਜ਼ਾਨੇ ਦੇ ਵਿੱਚੋਂ ਕਣਕ ਦੀ ਪੰਡ ਬੰਨ ਕੇ ਛੱਡ ਕੇ ਆਵੇ, ਗੇਹੂੰ ਦੀ। ਅੱਜ ਐਸਾ ਰਾਜਾ ਤੁਹਾਨੂੰ ਨਹੀਂ ਮਿਲੇਗਾ ਜਿਹੜਾ ਲੋਕਾਂ ਦੇ ਦੁੱਖ ਸੁਣਦਾ ਹੋਵੇ, ਜਿਹੜਾ ਲੋਕਾਂ ਵਿੱਚ ਵਿਚਰਦਾ ਹੋਵੇ। 39 ਸਾਲ ਰਾਜ ਕੀਤਾ ਉਸਨੇ। ਬੜਾ ਵੱਡਾ ਰਾਜਾ ਔਰੰਗਜ਼ੇਬ ਹੋਇਆ, ਉਹਦਾ ਰਾਜ 50 ਸਾਲ ਹੈ। ਫਰਕ ਇੰਨਾ ਹੀ ਹੈ ਕਿ ਮਹਾਰਾਜੇ ਨੂੰ ਸਰੀਰ ਨੇ ਸਾਥ ਨਹੀਂ ਦਿੱਤਾ। ਔਰ ਤੁਸੀਂ ਹੈਰਾਨ ਹੋਵੋਗੇ ਸੁਣ ਕੇ, ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਦਾ ਸਵਸਥ ਵਿਗੜਦਾ ਹੈ, ਮੁਸਲਮਾਨ ਮਸੀਤਾਂ ਵਿੱਚ ਨਮਾਜ਼ ਪੜ੍ਹ ਕੇ ਸੁੱਖ ਮੰਗਦੇ ਨੇ ਕਿ ਇਸ ਮਹਾਰਾਜਾ ਰਣਜੀਤ ਸਿੰਘ ਨੂੰ ਕੁਝ ਨਹੀਂ ਹੋਣਾ ਚਾਹੀਦਾ। ਅੱਜ ਕਦੇ ਇਦਾਂ ਸੋਚਿਆ ਜਾ ਸਕਦਾ ਹੈ ਕਿ ਕਿਸੇ ਹਿੰਦੂ ਰਾਜੇ ਦੀ ਕੋਈ ਮੁਸਲਮਾਨ ਸੁੱਖ ਮੰਗਣਗੇ, ਕਿਸੇ ਮੁਸਲਮਾਨ ਰਾਜੇ ਦੀ ਹਿੰਦੂ ਮੰਦਰ ਵਿੱਚ ਜਾ ਕੇ ਸੁੱਖ ਮੰਗਣਗੇ? ਮੰਗੀ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦੀ ਮੰਗੀ ਹੈ।
क्योंकि वो गुरु नानक दा सिख है जिस गुरु नानक दे लई भी लोग दावा करते सन। कोई कहता सी ये साडा पीर है, दूजा कहता सी नहीं ये साडा गुरु है। उस हलेमी राज नूं, उस बेगमपुरे नूं महाराजा रणजीत सिंह ने चित्रण की कोशिश की है। ਉਹਦੇ जीवन ਵਿੱਚ दोष भी ने, औगण भी ने। राजा सी वो। कई बंदे इदां दे भी ने, वो छोटियां मोटियां गलतियां कढ़ के तुरे फिरनगे 24 घंटे। राजा होने के नाते अगर ਉਹਦੇ जीवन की कोई भुल है, ਉਹਦੇ तो बड़ी वड्डी गल कि जिहड़ी ਉਹਦੀ अपनी कौम दे नाल, अपने धर्म नाल, खास करके जिहड़ा उन्हां नूं सतगुरु का उपदेश मिले है प्रजा के प्रति। क्योंकि राजे चुली नियाम की, राजे का धर्म की है इंसाफ करना। तुसी इंसाफ नहीं करते, तुसी राजे अखवाउण दे लायक नहीं हैगे। राजे का धर्म ही है कि वह इंसाफ करे। राजे के घर में कदे बेइंसाफी नहीं होनी चाहिए, जुल्म नहीं होना चाहिए, तरफदारी नहीं होनी चाहिए। ये महाराजा ही सी जिहड़ा दरबार साहब दे कीर्तनीए दे घर भाई मुनशा सिंह दे घर पहुंचदा है, थाली दे विच मोहरा भर के कहंदा है भाई साहब मैनू नहीं सी पता कि तुसी मिट्टी दे तवे दे उपर रोटी पका के खाने हो, मैनू नहीं सी पता। मैं माफ़ी मंगण आया कि मैं गुरु रामदास के घर का बख्शिया होया सिख राजा होवां ते उस मेरे गुरु रामदास के घर का कीर्तनिया मिट्टी के तवे ते रोटी खावे। अज तो कईयां नूं बुखार चढ़ जांदा, कहंदे ज्ञानी ने स्कूटर ले लिया है। भी तुसी की चाहुंदे हो भी साइकिल की चेन विच उहदा पजामा फस फस के फटिया होवे फिर ठीक है। तुसी गुरु के ग्रंथी तो अरदासा करा के एयरलाइन चला लो, तो जे गुरु के ग्रंथी स्कूटर चलाउण लग जाण ते तुहानूं ताप चढ़ जाए, फिर कहणगे जी महाराज बख्शदा नहीं है। महाराज बख्शदा है महाराजे रणजीत सिंह वर्गियां नूं। अगों फिर होर वेखो तुसी भाई मुनशा सिंह कहण लगा महाराजा तू आया है, तेरा धन्नवाद है, पर एक गल याद रखना जे तैनू गुरु रामदास ने पातशाही बख्शी है तो ये दरवेशी मैनू भी गुरु रामदास ने बख्शी है। ਉਹਦਾ हुक्म है मैं मिट्टी के तवे ते रोटी खावां तो खावांगा, तू लैके आया है, तेरा आना मुबारक है, पर मैं ये कबूल नहीं करांगा। ये भाई मुनशा सिंह का करैक्टर है, वो महाराजा रणजीत सिंह का करैक्टर है। ये महाराजा रणजीत सिंह ही है जिहड़ा अपने घर जदों सिखां नूं बुला के प्रशादा छकाउंदा है तो उत्थे अरदास हुंदी है, अन्न पानी गुरु दा, टहल पानी सिखां सेवकां दी। तो चुगलखोर भी तो होंदे ने ना, तो किसी ने जाके छुरली छड्ड दित्ती, महाराजा तेरा तो नाम ही नहीं लिया। तो महाराजे ने पूछा भी भाई गल ठीक है, असा ने तुहानूं घर बुलाया, प्रशादा छकाया, तुसीं अरदास कीती, साडा ते नाम ही नहीं लिया। तो उन्होंने पूछा भी अन्न पानी किहदा है, कहते जी गुरु दा। ते टहल पानी सिखां सेवकां दी, कहते तू दस भी तू लंगर वरताया, तेरी घरवाली ने लंगर बनाया, जे ते तुसीं घर दे जीआं ने पकाया तो तुहाडी अरदास कर देने, पकाया तो तुहाडे नौकरां चाकरां ने है। टहल सेवा उन्हां दी, अन्न पानी जे तेरा है तो तू दस, तेरी अरदास कर देने आ। कहन लगा जी अन्न पानी तो गुरु रामदास का ही है, अन्न पानी मेरा नहीं है।
ਕਦੇ ਹੈਦਰਾਬਾਦ ਦਾ ਨਿਜ਼ਾਮ ਮਹਾਰਾਜੇ ਨੂੰ ਇੱਕ ਚਾਨਣੀ ਭੇਜਦਾ ਹੈ। ਮਹਾਰਾਜਾ ਆਪਣੇ ਦਰਬਾਰ ਵਿੱਚ ਆਉਂਦਾ ਹੈ ਤੇ ਬੈਠਣ ਤੋਂ ਪਹਿਲਾਂ ਵੇਖਦਾ ਹੈ, ਇਹ ਹਰ ਗ੍ਰੰਥੀ ਸਿੰਘ ਦੀ ਡਿਊਟੀ ਹੋਣੀ ਚਾਹੀਦੀ ਹੈ। ਪ੍ਰਕਾਸ਼ ਕਰਨ ਤੋਂ ਪਹਿਲਾਂ, ਪ੍ਰਕਾਸ਼ ਹੋਣ ਤੋਂ ਬਾਅਦ, ਕਿ ਉਹ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਇੱਕ ਵਾਰੀ ਦਰਸ਼ਨ ਕਰੇ ਕਿ ਉਹਦੇ ਵਿੱਚ ਕਿਸੇ ਮਰਮਾਲੇ ਦੀ, ਕਿਸੇ ਚੰਦੋਏ ਦੀ, ਕਿਸੇ ਵਛਾਈ ਦੀ ਕੋਈ ਕਮੀ ਪੇਸ਼ੀ ਤਾਂ ਨਹੀਂ ਹੈ। ਹੁਣ ਮਹਾਰਾਜਾ ਸੀ, ਉਹਨੇ ਆਪਣੇ ਦਰਬਾਰ ਨੂੰ ਜਦੋਂ ਵੇਖਿਆ ਤੇ ਪੁੱਛਦਾ ਵੀ ਇਹ ਚਾਨਣੀ ਅੱਜ ਪਹਿਲੀ ਵਾਰ ਲੱਗੀ ਹੈ, ਬੜੀ ਸੁੰਦਰ ਹੈ, ਕਿੱਥੋਂ ਆਈ ਹੈ? ਉਹਨੇ ਕਿਹਾ ਜੀ ਹੈਦਰਾਬਾਦ ਦੇ ਨਿਜ਼ਾਮ ਨੇ ਘੱਲੀ ਹੈ। ਮਿੱਤਰ ਸੀ ਹੈਦਰਾਬਾਦ ਦਾ ਬਾਦਸ਼ਾਹ, ਜਿਹੜੇ ਹੈਦਰਾਬਾਦ ਅੱਜ ਹਜੂਰ ਸਾਹਿਬ ਜਿਹੜੇ ਉੱਥੇ ਆਪਾਂ ਨੂੰ ਸਿੱਖ ਮਿਲਦੇ ਨੇ, ਉਹ ਕੌਣ ਨੇ? ਹੈਦਰਾਬਾਦ ਦੇ ਨਿਜ਼ਾਮ ਨੇ ਜਿਹੜੀ ਆਪਣੀ ਪਰਸਨਲ ਨਿੱਜੀ ਉਹਦੀ ਸਿਕਿਉਰਿਟੀ ਸੀ, ਉਹ ਮਹਾਰਾਜਾ ਰਣਜੀਤ ਸਿੰਘ ਤੋਂ ਲਈ ਹੋਈ ਸੀ। ਉਹ ਆਪਣੇ ਬੰਦਿਆਂ ਤੇ ਭਰੋਸਾ ਨਹੀਂ ਸੀ ਕਰਦਾ ਵੀ ਇਹਨਾਂ ਦਾ ਕੀ ਕਿਤੇ ਮਾਰ ਹੀ ਨਾ ਦੇਣ। ਉਹ ਜਿਹੜੇ ਉਸ ਵੇਲੇ ਦੇ ਉੱਥੇ ਸਿੱਖ ਗਏ, ਉਹ ਫਿਰ ਉੱਥੇ ਹੀ ਉਹਨਾਂ ਨੇ ਵਿਆਹ ਕਰਾ ਲਏ, ਉੱਥੇ ਵਸ ਗਏ। ਉਹ ਸਾਰੇ ਉੱਥੋਂ ਉਹਨਾਂ ਉਸ ਵੇਲੇ ਦੇ ਫੌਜੀ ਸਿੰਘਾਂ ਦੀ ਉਹ ਸੰਤਾਨ ਹੈ। ਹੈਦਰਾਬਾਦ ਜਾਓ ਤੇ ਉੱਥੇ ਇੱਕ ਕਲੋਨੀ ਹੈ ਛਾਉਣੀ ਸਿੰਘਾਂ, ਬਕਾਇਦਾ ਨਾਂ ਹੈ ਉਹਦਾ। ਮਹਾਰਾਜੇ ਨੇ ਵੇਖਿਆ ਚਾਨਣੀ ਬਹੁਤ ਕੀਮਤੀ ਹੈ। ਆਖਿਆ ਨਹੀਂ, ਇਹ ਰਣਜੀਤ ਸਿੰਘ ਦੇ ਦਰਬਾਰ ਵਿੱਚ ਨਹੀਂ, ਇਹ ਤਾਂ ਮੇਰੇ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਹੋਣੀ ਚਾਹੀਦੀ ਹੈ। ਅੱਜ ਤੇ ਹਾਲਾਤ ਇਹ ਨੇ ਵੀ ਅਸੀਂ ਗੁਰਦੁਆਰੇ ਚੰਗੀ ਚੀਜ਼ ਵੇਖੀਏ ਤੇ ਜੀ ਕਰਦਾ ਘਰ ਨੂੰ ਲੈ ਜਾਈਏ, ਤੇ ਸਾਡੀਆਂ ਬਰਸੀਆਂ ਤੇ ਬੱਚਿਆਂ ਨੇ ਵੀ ਨਹੀਂ ਮਨਾਉਣੀਆਂ। ਐਵੇਂ ਨਹੀਂ ਮਹਾਰਾਜੇ ਦੀ ਬਰਸੀ ਪੰਥ ਮਨਾਉਂਦਾ। ਆਖਿਆ ਹੁਣੇ ਲਾਓ ਇਹਨੂੰ ਲਵਾਈ। ਆਖਿਆ ਇਸ ਨੂੰ ਦਰਬਾਰ ਸਾਹਿਬ ਭੇਟਾ ਕਰ ਆਓ। ਅੱਗੇ ਦਰਬਾਰ ਸਾਹਿਬ ਵੀ ਆਪਣੇ ਆਚਰਨ ਵਾਲੇ ਗੁਰੂ ਕੇ ਗ੍ਰੰਥੀ ਬੈਠੇ ਨੇ, ਉਹਨਾਂ ਨੇ ਆਖਿਆ ਵੀ ਜਿਹੜੀ ਚੀਜ਼ ਕਿਸੇ ਦੂਜੇ ਦੇ ਦਰਬਾਰ ਵਿੱਚ ਲੱਗ ਚੁੱਕੀ ਹੈ ਉਹ ਇੱਥੇ ਨਹੀਂ ਲੱਗੇਗੀ। ਫਿਰ ਮਹਾਰਾਜਾ ਆਪ ਪੇਸ਼ ਹੋਇਆ, ਕਹਿਣ ਲੱਗਾ ਜੀ ਅਚੇਤ ਭੁੱਲ ਹੋਈ ਹੈ, ਮੈਂ ਤਾਂ ਉਹਦੇ ਥੱਲੇ ਬੈਠਾ ਵੀ ਨਹੀਂ, ਤਨਖਾਹ ਵੀ ਲਵਾਈ, ਜੁਰਮਾਨਾ ਵੀ ਭਰਿਆ। ਉਹ ਚਾਨਣੀ ਗੁਰੂ ਰਾਮਦਾਸ ਦੇ ਘਰ ਭੇਟਾ ਕੀਤੀ। ਗੁਰੂ ਕੇ ਕੀਰਤਨੀਆਂ ਨੂੰ ਸਮਰਪਿਤ, ਗੁਰੂ ਰਾਮਦਾਸ ਨੂੰ ਸਮਰਪਿਤ। ਤੇ ਜੇ ਨਨਕਾਣਾ ਸਾਹਿਬ ਜਾਂਦਾ ਹੈ ਤੇ ਵੇਖਦਾ ਕਿ ਅੱਜ ਮੇਰੇ ਗੁਰੂ ਨਾਨਕ ਦੇ ਘਰ ਵਿੱਚ ਰੋਸ਼ਨੀ ਨਹੀਂ ਹੈ। ਪੁੱਛਿਆ ਭਾਈ ਸਾਹਿਬ ਅੰਧੇਰਾ ਹੋ ਗਿਆ, ਰੋਸ਼ਨੀ ਨਹੀਂ ਹੈ। ਉਹ ਕਹਿੰਦੇ ਜੀ ਕੋਈ ਐਸਾ ਪ੍ਰਬੰਧ ਹੀ ਨਹੀਂ ਬਣਿਆ, ਪੈਸੇ ਹੈ ਨਹੀਂ ਸੀ, ਤੇਲ ਨਹੀਂ ਆਇਆ, ਘਿਓ ਨਹੀਂ ਆਇਆ, ਜੋਤ ਨਹੀਂ ਜਗਾਈ, ਆਪਣੀ ਘੋੜੀ ਦੇ ਦਿੱਤੀ। ਕਹਿੰਦੇ ਚੜੋ ਇਸ ਘੋੜੀ ਤੇ, ਪਕੜੋ ਇਹਦੀ ਵਾਗ, ਜਾਓ ਜਿੱਦੇ ਇਲਾਕੇ ਵਿੱਚੋਂ ਘੋੜੀ ਘੁਮਾ ਲਓਗੇ ਉਹ ਧਰਤੀ ਮੇਰੇ ਗੁਰੂ ਨਾਨਕ ਦੀ ਹੋਏਗੀ। ਚੌਧਰੀ ਰਾਏ ਬੁਲਾਰ ਤੋਂ ਬਾਅਦ ਇਹ ਮਹਾਰਾਜਾ ਰਣਜੀਤ ਸਿੰਘ ਹੈ ਜਿਨੇ ਆਪਣੀ ਇਹ ਸੇਵਾ ਨਿਭਾਈ ਹੈ। ਚੌਧਰੀ ਰਾਏ ਬੁਲਾਰ ਨੇ ਵੀ ਸਾਰੀ ਜਾਇਦਾਦ ਗੁਰੂ ਨਾਨਕ ਦੇ ਨਾਮ ਕੀਤੀ ਸੀ। ਅੱਜ 5000 ਏਕੜ ਜ਼ਮੀਨ ਹੈ ਨਨਕਾਣਾ ਸਾਹਿਬ ਦੀ, 5000 ਏਕੜ। ਅੱਜ ਜਿੱਥੇ ਪਾਰਲੀਮੈਂਟ ਬਣੀ ਹੈ ਇਹ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਜ਼ਮੀਨ ਹੈ। ਜਦੋਂ ਅੰਗਰੇਜ਼ਾਂ ਨੇ ਅਕਵਾਇਰ ਕੀਤੀ ਹੈ ਨਾ ਤੇ ਸਾਨੂੰ ਜ਼ਮੀਨ ਦਿੱਤੀ ਹੈ ਫਤਿਆਬਾਦ ਡਿਸਟ੍ਰਿਕਟ ਦੇ ਵਿੱਚ, ਪਿੰਡ ਦਾ ਨਾਮ ਹੈ ਬੀਗੜ, ਤਕਰੀਬਨ 400 ਏਕੜ। ਆ ਇੰਡੀਆ ਗੇਟ ਜਿਹੜਾ ਹੈ ਨਾ ਇਹ ਗੁਰਦੁਆਰਾ ਰਕਾਬਗੰਜ ਦੀ ਜ਼ਮੀਨ ਵਿੱਚ ਬਣਿਆ। ਇਹ ਜ਼ਗੀਰਾਂ ਕਿਸ ਨੇ ਲਾਈਆਂ?
ਮਹਾਰਾਜਾ ਰਣਜੀਤ ਸਿੰਘ ਨੇ। ਐਵੇਂ ਥੋੜਾ ਪੰਥੋਂ ਦੀ ਬਰਸੀ ਮਨਾਉਂਦਾ ਹੈ। ਅੱਜ ਉਸ ਮਹਾਨ ਸਿੱਖ, ਉਸ ਮਹਾਨ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਆਪਾਂ ਬਰਸੀ ਮਨਾ ਰਹੇ ਹਾਂ। ਸਤਿਗੁਰੂ ਮਿਹਰ ਕਰਨ, ਉਹਨਾਂ ਦੇ ਜੀਵਨ ਤੋਂ ਅਸੀਂ ਬਹੁਤ ਕੁਝ ਸਿੱਖਣਾ ਅਜੇ ਬਾਕੀ ਹੈ। ਉਹਨਾਂ ਦਾ ਇੱਕ ਸੀਰੀਅਲ ਆਉਂਦਾ ਹੈ, ਕੋਸ਼ਿਸ਼ ਕਰਿਓ ਉਹਨੂੰ ਜ਼ਰੂਰ ਵੇਖਿਓ। ਬੜੀਆਂ ਪਰਿਸਥਿਤੀਆਂ ਦੇ ਵਿੱਚੋਂ ਇਹ ਮਹਾਨ ਇਹ ਮਹਾਰਾਜਾ ਨਿਕਲਦਾ ਹੈ। ਪਰ ਸੱਚ ਇਹ ਹੈ ਕਿ ਬਹੁਤ ਵੱਡਾ ਰਾਜ ਕਮਾ ਕੇ ਜਾਂਦਾ ਹੈ, ਬੜੀਆਂ ਵੱਡੀਆਂ ਪੈੜਾਂ ਪਾ ਕੇ ਜਾਂਦਾ ਹੈ, ਔਰ ਹਮੇਸ਼ਾ ਆਪਣੇ ਗੁਰੂ ਨੂੰ ਸਮਰਪਿਤ ਰਹਿੰਦਾ ਹੈ। ਇਸੇ ਕਰਕੇ ਮੈਂ ਆਰੰਭ ਵਿੱਚ ਇਹ ਸ਼ਬਦ ਪੜ੍ਹਿਆ ਸੀ ਕਿ ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਉ। ਕਹਿੰਦੇ ਮੈਂ ਰਾਜਾ ਹੋਵਾਂ, ਮੇਰੇ ਕੋਲ ਫੌਜਾਂ ਹੋਣ, ਤਖਤ ਦੇ ਉੱਤੇ ਮੈਂ ਪੈਰ ਰੱਖ ਕੇ ਬੈਠਾ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਅੱਜ ਛੋਟੀ ਮੋਟੀ ਗੱਡੀ ਮਿਲ ਜਾਏ ਸਾਨੂੰ, ਅਸੀਂ ਰਾਹ ਰੋਕਣ ਦੀ ਕੋਸ਼ਿਸ਼ ਕਰਦੇ ਹਾਂ। ਨਾ ਭਾਈ, ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਸਤਿਗੁਰੂ ਦੀਆਂ ਰਹਿਮਤਾਂ ਦੇ ਪਾਤਰ ਬਣੀਏ। ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਇਸ ਪੱਖ ਤੋਂ ਸਾਡਾ ਮਾਰਗ ਦਰਸ਼ਨ ਕਰਦਾ ਹੈ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਅਗਲੇ ਜੋ ਸਮਾਂ ਵੰਡ ਹੈ ਉਹ ਸਰਦਾਰ ਅਮਰਜੀਤ ਸਿੰਘ ਜੀ ਪਿੰਕੀ, ਜੋ ਸਾਡੇ ਅੰਤਰਿੰਗ ਬੋਰਡ ਦੇ ਮੈਂਬਰ ਨੇ, ਇਸ ਇਲਾਕੇ ਤੋਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਹਨ, ਉਹ ਆਪ ਜੀ ਨੂੰ ਸਰਵਨ ਕਰਵਾਉਣਗੇ। ਅੱਜ ਸਟੇਜ ਦੀ ਸੇਵਾ ਉਹਨਾਂ ਕੋਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੀ ਧੰਨਵਾਦੀ ਹਾਂ ਇਸ ਦਰ ਦੇ ਵਜ਼ੀਰ ਸਾਹਿਬ, ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੇ। ਔਰ ਮੈਂ ਸਮਝਦਾ ਜੋ ਬਖੂਬੀ ਉਹਨਾਂ ਨੇ ਆਪ ਜੀ ਨੂੰ ਜਿਹੜਾ ਦਿਹਾੜਾ ਅਸੀਂ ਮਨਾ ਰਹੇ ਹਾਂ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ